Today we'll be continuing again with the electrochemistry chapter, the topic which is left. So we're going to start with the new topic, that is electrolysis today. ਤੁਸੀਂ ਜੂਨੀਅਰ ਕਲਾਸਿਸ ਵਿੱਚ ਵੈਸੇ ਥੋੜ੍ਹਾ ਬਹੁਤ ਪੜ੍ਹਿਆ ਹੋਇਆ ਇਲੈਕਟ੍ਰੋਲਿਸਿਸ ਬਾਰੇ ਕਿ ਇਲੈਕਟ੍ਰੋਲਿਸਿਸ ਵਿੱਚ ਆਪਾਂ ਇੱਕ ਬੀਕਰ ਲੈ ਲੈਂਦੇ ਹਾਂ, ਉਹਦੇ ਵਿੱਚ ਅਸੀਂ ਇਲੈਕਟ੍ਰੋਲਾਈਟ ਲੈ ਲੈਂਦੇ ਹਾਂ ਤੇ ਉਹਦੇ ਵਿੱਚ ਅਸੀਂ 2 ਇਲੈਕਟ੍ਰੋਡਸ ਪਾ ਦਿੰਦੇ ਹਾਂ। ਜਿਹੜਾ ਬੈਟਰੀ ਦੇ ਪੋਜ਼ੀਟਿਵ ਨਾਲ ਜੁੜਿਆ ਹੁੰਦਾ ਉਹ ਐਨੋਡ ਹੈ, ਜਿਹੜਾ ਬੈਟਰੀ ਦੇ ਨੈਗੇਟਿਵ ਨਾਲ ਜੁੜਿਆ ਹੁੰਦਾ ਉਹ ਕੈਥੋਡ ਹੈ। ਠੀਕ ਹੈ, ਇਸ ਸੈਟਅਪ ਨੂੰ ਅਸੀਂ ਯੂ ਕੈਨ ਚੈੱਕ ਐਮੀਟਰ ਵਿੱਚ ਲਗਾਇਆ ਬੈਟਰੀ ਦੇ ਨਾਲ ਜੋੜਿਆ ਹੋਇਆ ਸੈਟਅਪ ਨੂੰ। ਠੀਕ ਹੈ, ਇਹਦੇ ਵਿੱਚ ਜਿਹੜਾ ਇਲੈਕਟ੍ਰੋਲਿਟਿਕ ਸੈੱਲ ਹੈ, ਦਿਸ ਇਜ਼ ਆਲਸੋ ਨੋਨ ਐਜ਼ ਵੋਲਟਾਮੀਟਰ। ਤੁਹਾਨੂੰ ਇਸ ਟਾਈਮ ਇੱਕ ਕੁਐਸਚਨ, ਵਾਟ ਇਜ਼ ਦ ਡਿਫਰੈਂਸ ਬਿਟਵੀਨ ਵੋਲਟਮੀਟਰ ਐਂਡ ਵੋਲਟਾਮੀਟਰ। ਵੋਲਟਮੀਟਰ ਤੇ ਪੋਟੈਂਸ਼ੀਅਲ ਡਿਫਰੈਂਸ ਮੈਜਰ ਕਰਨ ਲਈ ਵਰਤੀਦਾ ਤੇ ਵੋਲਟਾਮੀਟਰ ਇੱਕ ਇੰਸਟਰੂਮੈਂਟ ਹੈ ਜਿਹਦੇ ਵਿੱਚ ਅਸੀਂ ਇਲੈਕਟ੍ਰੋਲਿਸਿਸ ਕੈਰੀ ਆਊਟ ਕਰਦੇ ਹਾਂ। ਹੁਣ ਦੇਖੋ ਬੇਟਾ, ਜਦੋਂ ਆਪਾਂ ਇਲੈਕਟ੍ਰਿਕ ਕਰੰਟ ਪਾਸ ਕਰਾਂਗੇ ਤੇ ਆਇਨਸ ਜਿਹੜੇ ਨੇ ਦੇ ਮਾਈਗ੍ਰੇਟ ਟੂਵਰਡਸ ਦ ਰਿਸਪੈਕਟਿਵ ਇਲੈਕਟ੍ਰੋਡਸ। ਜਿਹੜੇ ਪੋਜ਼ਿਟਿਵ ਆਇਨਸ ਹੁੰਦੇ ਹੈ ਉਹ ਮੂਵ ਕਰਦੇ ਹੈ ਟੂਵਰਡਸ योर कैथोड एंड ਜਿਹੜੇ ਨੈਗੇਟਿਵ ਹੁੰਦੇ ਆ ਦੇ ਮੂਵ ਟੂਵਰਡਸ ਐਨੋਡ। ਕਹਿੰਦੇ ਨੇ C for C and A for A। ਇਸ ਤਰ੍ਹਾਂ ਜਸਟ ਰਾਈਟ C for C। C मतलब cations for cathode and A for A। A का मतलब क्या, anions, anions for anode। सो ਤੁਸੀਂ ਇੱਥੇ ਚੈੱਕ ਵੀ ਕਰ ਲਓ, ਦੇਖੋ ਨੈਗੇਟਿਵ ਕਿਉਂਕਿ ਉਹ ਬੈਟਰੀ ਦੇ ਕਿਹਦੇ ਨਾਲ ਜੁੜੇ ਹੋਏ ਹੈ, ਆਪੋਜ਼ਿਟ ਨਾਲ। ਫਿਜ਼ਿਕਸ ਵਿੱਚ ਥੋੜ੍ਹਾ ਡਿਫਰੈਂਟ ਹੁੰਦਾ ਹੈ, ਕੈਮਿਸਟਰੀ ਦੀ ਇਹ ਗੱਲ ਥੋੜ੍ਹੀ ਯਾਦ ਰੱਖਣੀ ਹੈ। ਇਹ ਪੋਜ਼ਿਟਿਵ ਆਇਨਸ ਮੂਵ ਕਰਦੇ ਪਏ ਕੈਥੋਡ ਵੱਲ ਕਿਉਂਕਿ ਬੈਟਰੀ ਦੇ ਨੈਗੇਟਿਵ ਨਾਲ ਜੁੜੇ ਹੋ। ਇਹ ਨੈਗੇਟਿਵ ਆਇਨਸ ਮੂਵ ਕਰਦੇ ਆ ਨੋਡ ਵੱਲ ਕਿਉਂਕਿ ਬੈਟਰੀ ਦੀ ਪੋਜ਼ਿਟਿਵ ਦੇ ਨਾਲ ਜੁੜਿਆ ਹੋ। ਠੀਕ ਹੈ, ਹੁਣ ਜਦੋਂ ਵੀ ਆਇਨਸ ਆਪਣੇ ਇਲੈਕਟ੍ਰੋਡ ਵੱਲ ਮਾਈਗ੍ਰੇਟ ਕਰ ਜਾਂਦੇ ਆ, that is known as its primary change। ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਉਹਦਾ ਉਹ ਕੀ ਹੈ, ਪ੍ਰਾਇਮਰੀ ਚੇਂਜ। ਪਰ ਜਦੋਂ ਇਹ ਆਪਣੇ ਆਇਨਸ ਵੱਲ ਮਾਈਗ੍ਰੇਟ ਕਰਕੇ ਦੈਟ ਇਜ਼ ਪ੍ਰਾਇਮਰੀ ਚੇਂਜ, ਪਰ ਉੱਥੇ ਜਾ ਕੇ ਜਾਂ ਤਾਂ ਉਸੇ ਫਾਰਮ 'ਚ ਹੀ ਰਹਿ ਜਾਂਦੇ ਹੈ ਜਾਂ ਉਹ ਰਿਐਕਟ ਕਰ ਜਾਂਦੇ ਫਰਦਰ ਐਂਡ ਦੇ ਫਾਰਮ ਜਾਂ ਦੇ ਅੰਡਰਗੋ ਸੈਕੰਡਰੀ ਚੇਂਜ। ਕਿਉਂਕਿ ਅੰਡਰਗੋ ਕਰਦੇ ਨੇ ਸੈਕੰਡਰੀ ਚੇਂਜ and they undergo secondary change. So the cations accept electrons from the cathode to become neutral species or anions electrons give electrons। ਇਹ ਤੇ ਚਲੋ ਆਪਾਂ ਕਰ ਲੈਂਦੇ ਹਾਂ, ਇਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਬਸ ਇੱਥੇ ਫਿਲਹਾਲ ਇੰਨਾ ਯਾਦ ਰੱਖੋ, ਪ੍ਰਾਇਮਰੀ ਤੇ ਸੈਕੰਡਰੀ ਚੇਂਜ ਦਿਸ ਇਜ਼ ਨੋਨ ਐਜ਼ ਮਕੈਨਿਜ਼ਮ ਆਫ ਇਲੈਕਟ੍ਰੋਲਿਸਿਸ। ਕਿ ਜਦੋਂ ਵੀ ਤੁਸੀਂ ਇਲੈਕਟ੍ਰਿਕ ਕਰੰਟ ਪਾਸ ਕਰਦੇ ਹੋ ਤੇ ਆਇਨਸ ਆਪਣੇ ਰਿਸਪੈਕਟਿਵ ਇਲੈਕਟ੍ਰੋਡਸ ਵੱਲ ਮੂਵ ਕਰਦੇ ਹੈ। cations move towards cathode and anions move towards anode। when they move towards their respective electrodes, that is the primary change, but when they either are accepted as such or they further undergo change, that is known as secondary change। ਠੀਕ ਹੈ, ਹੁਣ ਇਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ। ਜਿਵੇਂ ਸਪੋਜ਼ ਆਈ ਗਿਵ ਯੂ ਐਨ ਐਗਜ਼ਾਮਪਲ, ਸੇ ਮੇਰੇ ਕੋਲ ਸੋਡੀਅਮ ਕਲੋਰਾਈਡ ਹੈ ਦੀ ਮੈਂ ਇਲੈਕਟ੍ਰੋਲਿਸਿਸ ਕਰ ਰਹੀ ਹਾਂ ਮੋਲਟਨ ਫਾਰਮ 'ਚ, ਰਾਈਟ। ਹੁਣ ਇਹ ਟੁੱਟ ਕੇ ਕੀ ਦੇਗਾ, ਸੋਡੀਅਮ ਤੇ ਕਲੋਰਾਈਡ ਆਇਨਸ। ਐਟ ਕੈਥੋਡ ਕਿਹੜਾ ਜਾਏਗਾ, ਸੋਡੀਅਮ। ਸੋਡੀਅਮ ਆਪਣਾ ਇਲੈਕਟ੍ਰੋਨ ਗੇਨ ਕੀਤਾ ਤੇ ਕੀ ਬਣ ਗਿਆ, ਸੋਡੀਅਮ ਸੋਲਿਡ। ਠੀਕ ਹੈ, ਇਸੇ ਤਰ੍ਹਾਂ ਐਨੋਡ ਤੇ ਕਿਹੜਾ ਜਾਏਗਾ, ਨੈਗੇਟਿਵ ਵਾਲਾ ਕਲੋਰਾਈਡ। ਉਹਨੇ ਜਾ ਕੇ ਆਪਣਾ ਇੱਕ ਇਲੈਕਟ੍ਰੋਨ ਲੂਜ਼ ਕਰਤਾ, ਉਹੀ ਇਲੈਕਟ੍ਰੋਨ ਉਹਨੇ ਗੇਨ ਕੀਤਾ ਨਾ। ਦਿਸ ਇਜ਼ ਅ ਪ੍ਰਾਇਮਰੀ ਚੇਂਜ ਐਜ਼ ਵੈਲ ਐਜ਼ ਸੈਕੰਡਰੀ ਚੇਂਜ, ਕਿਉਂਕਿ ਸੋਡੀਅਮ ਦੇ ਇਸ ਫਾਰਮ 'ਚ ਐਗਜ਼ਿਸਟ ਕਰ ਸਕਦਾ, ਪਰ ਇੱਥੇ ਇਹਨੇ ਜਦੋਂ ਆਪਣਾ ਇਲੈਕਟ੍ਰੋਨ ਲੂਜ਼ ਕਰਤਾ ਦੈਟ ਇਜ਼ ਅ ਪ੍ਰਾਇਮਰੀ ਚੇਂਜ। ਪਰ ਇਹ ਕਲੋਰੀਨ ਇਸ ਫਾਰਮ 'ਚ ਐਗਜ਼ਿਸਟ ਨਹੀਂ ਕਰ ਸਕਦਾ। ਇਹੋ ਜਿਹੇ 2 ਕਲੋਰੀਨ ਐਟਮ ਜੁੜ ਕੇ ਕੀ ਬਣ ਜਾਣਗੇ, Cl2 ਐਂਡ ਦਿਸ ਇਜ਼ ਇਟਸ ਸੈਕੰਡਰੀ ਚੇਂਜ। ਹੁਣ ਸਮਝ ਆਈ ਪ੍ਰਾਇਮਰੀ ਚੇਂਜ ਤੇ ਸੈਕੰਡਰੀ ਚੇਂਜ। ਪ੍ਰਾਇਮਰੀ ਚੇਂਜ ਵਿੱਚ ਜਿਹੜਾ ਆਇਨ ਹੁੰਦਾ ਉਹ ਇਲੈਕਟ੍ਰੋਨ ਲੂਜ਼ ਜਾਂ ਗੇਨ ਕਰਦਾ ਤੇ ਐਸ ਸੱਚ ਐਗਜ਼ਿਸਟ ਕਰ ਜਾਂਦਾ। ਪਰ ਸੈਕੰਡਰੀ ਚੇਂਜ ਵਿੱਚ ਜਿਹੜਾ ਆਇਨ ਬਣਦਾ, ਆਇਨ ਜਦੋਂ ਇਲੈਕਟ੍ਰੋਨ ਲੂਜ਼ ਕਰਦਾ ਇਟ ਗੇਨ ਇਟ ਆਪਣਾ ਇਲੈਕਟ੍ਰੋਨ ਜਿਹੜਾ ਵੈ ਜਦੋਂ ਲੂਜ਼ ਕਰ ਦਿੰਦਾ ਉਹ ਜਿਹੜੀ ਫਾਰਮ 'ਚ ਆ ਜਾਂਦਾ ਉਸ ਫਾਰਮ 'ਚ ਐਗਜ਼ਿਸਟ ਨਹੀਂ ਕਰ ਸਕਦਾ। ਸੋ ਇਟ ਕੰਬਾਈਨਸ ਐਂਡ ਫਾਰਮਸ ਅ ਸੈਕੰਡਰੀ ਚੇਂਜ।
ठीक है। सो ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਹੁਣ ਇਸ ਤੋਂ ਬਾਅਦ ਨੈਕਸਟ ਹੈਗਾ ਵੈ ਕਿ ਜਦੋਂ ਵੀ ਇਹ ਆਇਨਸ ਆਪਣੇ ਇਲੈਕਟ੍ਰੋਡਸ ਵੱਲ ਜਾਂਦੇ ਨੇ ਦੈਨ ਇਟ ਡਿਪੈਂਡਸ ਔਨ ਟੂ ਥਿੰਗਸ। ਪਹਿਲੀ ਹੈ ਅਪੋਨ ਦੇਅਰ ਪੋਟੈਂਸ਼ੀਅਲ ਰਿਲੇਟਿਵ ਡਿਸਚਾਰਜ ਪੋਟੈਂਸ਼ੀਅਲ, ਜਿਹਦੀ ਗੱਲ ਆਲਰੇਡੀ ਜਦੋਂ ਆਪਾਂ ਇਲੈਕਟ੍ਰੋਕੈਮੀਕਲ ਸੈੱਲ ਕੀਤਾ ਉਦੋਂ ਡਿਸਕਸ ਕਰ ਚੁੱਕੇ ਹਾਂ, ਠੀਕ ਹੈ। दैट इज़ द पोटेंशियल एट विच दैट आयन इज डिस्चार्ज। तो दूसरी ऑन द मटीरियल ऑफ द इलैक्ट्रोड, इन्हू मैं वन बाय वन डिस्कस करांगी कि ਇਹਦਾ ਕੀ ਮਤਲਬ ਹੈ। देखो बेटा जिवें मैं ਤੁਹਾਨੂੰ ਹੁਣ ਇੱਕ ਪਹਿਲੀ ਗੱਲ ਕੀਤੀ ਕਿ ਜਿਹੜੇ ਆਇਨਸ ਕਿਹੜੇ ਪ੍ਰੋਡਿਊਸ ਹੋਣਗੇ ਇਲੈਕਟ੍ਰੋਡ ਦੇ ਉੱਤੇ, दैट डिपेंड्स ऑन द इलैक्ट्रोड पोटेंशियल ऑफ द आयनस। ਉਹ ਕਿਸ ਤਰ੍ਹਾਂ ਮੈਟਰ ਕਰਦਾ। ਜਿਵੇਂ ਮੈਂ ਤੁਹਾਨੂੰ ਹੁਣ ਇਲੈਕਟ੍ਰੋਲਿਸਿਸ ਦੱਸੀ ਮੋਲਟਨ ਸੋਡੀਅਮ ਕਲੋਰਾਈਡ ਦੀ, ਉਹਦੇ 'ਚ ਸੋਡੀਅਮ ਪ੍ਰੋਡਿਊਸ ਹੋਇਆ ਕੈਥੋਡ ਤੇ ਕਲੋਰੀਨ ਪ੍ਰੋਡਿਊਸ ਹੋਇਆ ਐਨੋਡ ਤੇ। ਬਟ ਅਗਰ ਮੈਂ ਸੋਡੀਅਮ ਕਲੋਰਾਈਡ ਐਕਵਸ ਫਾਰਮ 'ਚ ਲੈ ਲਾਂ, ਇਫ ਆਈ ਟੇਕ ਸੋਡੀਅਮ ਕਲੋਰਾਈਡ ਇਨ ਐਕਵਸ ਫਾਰਮ, ਫਿਰ ਸੋਡੀਅਮ ਕਲੋਰਾਈਡ ਵਿੱਚ ਸੋਡੀਅਮ ਆਇਨਸ ਵੀ ਹੈਗੇ ਹੈ ਤੇ ਕਲੋਰਾਈਡ ਆਇਨਸ ਵੀ ਹੈਗੇ, ਤੇ ਕਿਉਂਕਿ ਪਾਣੀ ਹੈ ਵਿੱਚ ਤੇ ਵਾਟਰ ਦੇ ਵੀ H ਪੋਜ਼ੀਟਿਵ ਆਇਨਸ ਨੇ ਤੇ OH ਨੈਗੇਟਿਵ ਆਇਨਸ ਨੇ, ਰਾਈਟ। ਹੁਣ ਦੋ ਪੋਜ਼ੀਟਿਵ ਨੇ ਤੇ ਦੋ ਨੈਗੇਟਿਵ ਨੇ, ਤੁਹਾਡੀ ਬੁੱਕ 'ਚ ਵੀ ਹੈਗਾ, ਦੇਖੋ ਸੋਡੀਅਮ ਕਲੋਰਾਈਡ, ਸੋਡੀਅਮ ਤੇ ਕਲੋਰਾਈਡ ਵਾਟਰ ਟੁੱਟ ਕੇ H ਪੋਜ਼ੀਟਿਵ। ਹੁਣ ਤੁਹਾਡੇ ਕੋਲ ਦੋ H ਪੋਜ਼ੀਟਿਵ ਨੇ ਤੇ ਦੋ ਨੈਗੇਟਿਵ ਨੇ, ਇਹਨਾਂ 'ਚੋਂ ਇੱਕ ਨਹੀਂ ਮਾਈਗ੍ਰੇਟ ਕਰਨਾ ਨਾ ਆਪਣੇ ਇਲੈਕਟ੍ਰੋਡ ਵੱਲ। ਉਹ ਕਿਹੜਾ ਹੋਏਗਾ? ਉਹ ਵਾਲਾ ਹੋਏਗਾ ਜਿਹਦੀ ਇਲੈਕਟ੍ਰੋਡ ਪੋਟੈਂਸ਼ੀਅਲ ਵੈਲਿਊ ਜਿਹੜੀ ਹੈ ਉਹ ਕੀ ਹੋਏਗੀ, ਵਿਲ ਬੀ ਲੋਅਰ, क्योंकि H पॉजिटिव आयन की इलैक्ट्रोड पोटेंशियल लोअर है। ऐस करके H पॉजिटिव आयन्स दे विल बी डिस्चार्ज इन प्रेफरेंस टू सोडियम आयन्स। हुण इत्थे H पॉजिटिव ने एक इलैक्ट्रॉन गेन किया, H बन गया, दिस इज इट्स प्राइमरी चेंज। पर यह H कला तो एग्जिस्ट कर नहीं सकता, H जुड़ के की बन गया H2। यह की है दी सैकेंडरी चेंज, यह की है दी सैकेंडरी चेंज। सो हाइड्रोजन इज इवॉल्वड एट कैथोड एंड सोडियम आयन्स ਜਿਹੜੇ ਨੇ ਉਹ ਸੋਲਿਊਸ਼ਨ 'ਚ ਹੀ ਰਹਿ ਜਾਂਦੇ ਕਿਉਂਕਿ ਉਹ ਤਾਂ ਯੂਜ਼ ਹੀ ਨਹੀਂ ਹੋਏ। ਇਸੇ ਤਰ੍ਹਾਂ ਕਲੋਰਾਈਡ ਤੇ OH ਨੈਗੇਟਿਵ ਆਇਨਸ ਹੈਗੇ, ਉਹਨਾਂ ਵਿੱਚੋਂ ਵੀ ਕਿਉਂਕਿ ਡਿਸਚਾਰਜ ਪੋਟੈਂਸ਼ੀਅਲ ਕਲੋਰਾਈਡ ਆਇਨ ਦੀ ਘੱਟ ਹੁੰਦੀ ਹੈ, ਇਸ ਕਰਕੇ ਇਹੋ ਜਿਹਾ ਕਲੋਰੀਨ ਆਪਣਾ ਇੱਕ ਇਲੈਕਟ੍ਰੋਨ ਲੂਜ਼ ਕਰਕੇ Cl ਬਣ ਗਿਆ, ਪ੍ਰਾਇਮਰੀ ਚੇਂਜ। ਇਹੋ ਜਿਹੇ ਦੋ Cl ਜੁੜੇ ਤੇ Cl2 ਬਣ ਗਿਆ, ਦੈਟ ਇਜ਼ ਇਟਸ ਸੈਕੰਡਰੀ ਚੇਂਜ। ਨਾਓ ਚੇਂਜ ਕੀ ਆਇਆ? ਜਦੋਂ ਆਪਾਂ ਮੋਲਟਨ ਸੋਡੀਅਮ ਕਲੋਰਾਈਡ ਲਿਆ ਸੀ ਉਦੋਂ ਸੋਡੀਅਮ ਪ੍ਰੋਡਿਊਸ ਹੋਇਆ ਸੀ ਕੈਥੋਡ ਤੇ ਕਲੋਰੀਨ ਐਟ ਐਨੋਡ। ਇੱਥੇ ਚੇਂਜ ਹੈ, ਇੱਥੇ ਹਾਈਡਰੋਜਨ ਪ੍ਰੋਡਿਊਸ ਹੋ ਰਿਹਾ ਕੈਥੋਡ ਤੇ ਕਲੋਰੀਨ ਪ੍ਰੋਡਿਊਸ ਹੋ ਰਿਹਾ ਐਨੋਡ ਤੇ। ਸੋ ਯੂ ਕੈਨ ਅੰਡਰਸਟੈਂਡ ਕਿ ਇਲੈਕਟ੍ਰੋਡ ਪੋਟੈਂਸ਼ੀਅਲ ਦਾ ਰੋਲ ਉਦੋਂ ਆਉਂਦਾ ਹੈ ਜਦੋਂ ਸਾਡੇ ਕੋਲ ਦੋ ਤਰ੍ਹਾਂ ਦੇ ਪੋਜ਼ਿਟਿਵ ਜਾਂ ਦੋ ਤਰ੍ਹਾਂ ਦੇ ਨੈਗੇਟਿਵ ਆਇਨਸ ਹੋਣ, ਰਾਈਟ। ਹੁਣ ਦੂਸਰਾ ਫੈਕਟਰ ਜਿਹੜੇ ਆਪਾਂ ਡਿਸਕਸ ਕਰ ਰਹੇ ਸੀਗੇ ਉਹ ਸੀਗਾ ਮਟੀਰੀਅਲ ਆਫ ਦੀ ਇਲੈਕਟ੍ਰੋਡ। ਇਹਦੇ ਲਈ ਵੀ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦੱਸਦੀ ਹਾਂ। ਜਿਵੇਂ ਮੈਂ ਇਲੈਕਟ੍ਰੋਲਿਸਿਸ ਕਰਾਂ ਕਾਪਰ ਸਲਫੇਟ ਸੋਲਿਊਸ਼ਨ ਦੀ, ਐਕਵਸ ਕਾਪਰ ਸਲਫੇਟ ਸੋਲਿਊਸ਼ਨ ਦੀ ਯੂਜ਼ਿੰਗ ਇਨਰਟ ਇਲੈਕਟ੍ਰੋਡ, ਮਤਲਬ ਮੈਂ ਪਲੈਟੀਨਮ ਇਲੈਕਟ੍ਰੋਡ ਵਰਤਿਆ। ਹੁਣ ਕਾਪਰ ਸਲਫੇਟ ਐਕਵਸ ਸੋਲਿਊਸ਼ਨ ਹੈ ਤੇ ਇਹਦੇ ਕਾਪਰ ਦੇ ਸਲਫੇਟ ਦੇ H ਪੋਜ਼ਿਟਿਵ ਤੇ OH ਨੈਗੇਟਿਵ, ਦੋ ਪੋਜ਼ਿਟਿਵ ਨੇ ਦੋ ਨੈਗੇਟਿਵ ਨੇ, ਠੀਕ ਹੈ। ਇਹਨਾਂ ਵਿੱਚੋਂ ਦੋਨੋਂ ਆਇਨਸ ਕੈਥੋਡ ਤੇ ਨੇ, ਪਰ ਮਾਈਗ੍ਰੇਟ ਕਿਹੜਾ ਕਰੇਗਾ? ਕਿਉਂਕਿ ਕਾਪਰ ਦੀ ਜਿਹੜੀ ਇਲੈਕਟ੍ਰੋਡ ਪੋਟੈਂਸ਼ੀਅਲ ਵੈਲਿਊ ਲੋਅਰ H ਤੋਂ, ਇਸ ਕਰਕੇ ਕਾਪਰ ਵਿਲ ਮਾਈਗ੍ਰੇਟ ਟੂਵਰਡਸ कैथोड। और ये प्राइमरी सैकेंडरी चेंज इक्को जिहा ही रहना है। हुण नैगेटिव चाहे दो ने, पर क्योंकि OH नैगेटिव की डिस्चार्ज पोटेंशियल घट गई है सल्फेट नालों, OH नैगेटिव मूव करेगा टूवर्ड्स एनोड। आपने 4 इलैक्ट्रॉन लूज करते 4OH बन गया। हुण यह 4OH इस फॉर्म से तो नहीं ना रहेगा, यह बन जाएगा 2 वाटर ते ऑक्सीजन। समझ आई? इसका मतलब कि जो तुसीं इलैक्ट्रोलिसिस की कि एक्वस कॉपर सल्फेट सोल्यूशन की कॉपर प्रोड्यूस होया कैथोड ते ऑक्सीजन प्रोड्यूस होया एनोड ते। पर अगर तुसी यही इलैक्ट्रोलिसिस कॉपर सल्फेट की करते यूजिंग कॉपर इलैक्ट्रोड, कॉपर इलैक्ट्रोड हुण एक्टिव इलैक्ट्रोड, हुण इत्थे आएगा रोल ऑफ द मटीरियल ऑफ द इलैक्ट्रोड। ਇਹਦੇ ਵਿੱਚ ਉਸੇ ਤਰ੍ਹਾਂ ਹੀ ਆਇਨਸ ਤੇ ਉਹੀ बनने हैं। देखो कॉपर सल्फेट ਦੇ कॉपर ਤੇ सल्फेट आयन्स ਉਹਦੇ H ਪੋਜ਼ਿਟਿਵ ਤੇ OH ਨੈਗੇਟਿव आयन्स, दो पॉजिटिव ने ਤੇ दो ਨੈਗੇਟਿਵ ਨੇ। ਇਹਨਾਂ ਵਿੱਚ ਆਲਰੇਡੀ ਆਪਾਂ ਗੱਲ ਕੀਤੀ ਕਿ ਇਲੈਕਟ੍ਰੋਡ ਪੋਟੈਂਸ਼ੀਅਲ ਕਾਪਰ ਦੀ ਘੱਟ ਹੁੰਦੀ ਹੈ, ਇਸ ਕਰਕੇ ਕਾਪਰ ਨਹੀਂ ਡਿਸਚਾਰਜ ਹੋਣਾ ਨਾ ਐਟ ਕੈਥੋਡ। ਪਰ ਜਿਹੜੇ ਇਹ ਦੋ ਨੈਗੇਟਿਵ ਆਇਨਸ ਨੇ ਇਹਨਾਂ ਦੋਨਾਂ ਚੋਂ ਕੋਈ ਵੀ ਨਹੀਂ ਮਾਈਗ੍ਰੇਟ ਕਰ ਪਾਏਗਾ ਟੂਵਰਡਸ ਐਨੋਡ, ਕਿਉਂਕਿ ਹੁਣ ਤੁਹਾਡਾ ਐਨੋਡ ਕਾਪਰ ਇਲੈਕਟ੍ਰੋਡ ਹੈ ਜੋ ਕਿ ਆਪਣੇ ਆਪ 'ਚ ਇੱਕ ਐਕਟਿਵ ਇਲੈਕਟ੍ਰੋਡ ਹੈ।
इस करके यह कॉपर आप ही ऑक्सीडेशन अंडरगो करेगा, इट विल इट सैल्फ अंडरगो ऑक्सीडेशन, तो जोड़े इलैक्ट्रॉन है लूज करेगा वो इत्थे कॉपर आयनस गेन करेंगे, तो इस तरह तुहाडी एक सैल रिएक्शन अकर होएगी। सो नाउ यू कैन अंडरस्टैंड कि मटीरियल ऑफ कॉपर इलैक्ट्रोड हैज़ वेरी इंपॉर्टेंट रोल। इंपॉर्टेंस भी जरूर कर लेना इलैक्ट्रोलिसिस की, कि एक तो प्रोडक्शन ऑफ हाइड्रोजन बाय इलैक्ट्रोलिसिस ऑफ वाटर, कई मैटल्स की एक्सट्रैक्शन विच हेल्प करती इलैक्ट्रोलिसिस, क्लोरीन की प्रोडक्शन बाय इलैक्ट्रोलिसिस ऑफ एक्वा सोडियम क्लोराइड, मैन्युफैक्चर ऑफ हैवी वाटर, दैन इलैक्ट्रोप्लेटिंग, इलैक्ट्रोलिटिक रिफाइनिंग ऑफ मैटल्स, ये सारे इलैक्ट्रोलिसिस हेल्प करती है। ठीक है बेटा, पहले साडे सिलेबस फैराडेज लॉज से, क्योंकि हम 30% सिलेबस कट ऑफ होया, इस करके फैराडेज लॉज वाला टॉपिक फिनिश हो गया। सो इस साल आप नहीं करना वाला टॉपिक, तो नैक्सट लैक्चर विच आई बी स्टार्टिंग अप विद द कंडक्टेंस ऑफ इलैक्ट्रोलिटिक सॉल्यूशन। सो दैट्स ऑल फॉर टुडे। ओके बेटा।